ਵਾਹਿਗੁਰੂ ਸਾਹਿਬ ਜੀਓ, ਧੰਨ ਗੁਰੂ ਗਰੀਬ ਨਿਵਾਜ। ਪ੍ਰਣਵਾਦ ਏਕ ਓੰਕਾਰਾ, ਜਲ ਥਲ ਮੀਲ ਕੀਓ ਪਸਾਰਾ। ਆਦ ਪੁਰਖ ਅਵਗਤ ਅਬਨਾਸ਼ੀ, ਲੋਕ ਚਤਰ ਦਸ ਜੋਤ ਪ੍ਰਕਾਸ਼ੀ। ਹਸਤ ਕੀਟ ਕੇ बीच समाना, राव रंग जैक सर जाना। हम नानकी अस्त हम अंगदी अस्त, हम अमरदास अफजलों जदियस्त। हम रामदासो हम अर्जनी अस्त, हम हर गोबिंदो अक्रमो ऐसनी अस्त। हम अस्ते हर राय करता गुरु, बदोशकारा हम पुस्तुरु। हम हर कृष्ण हम दे सर बुलंद, अजय हासिल उम्मीद हर मुस्तमंद। हम अस्त तेग बहादुर गुरु, के गोविंद सिंह आमद अज नूरे ओ। हम गुरु गोविंद सिंह हम नानक अस्त, हम रतन जोहर हम मानक अस्त। गुरबानी इस जग में चानन, कर्म बसे मन आए। वाह बाणी निरंकार है, तिस जे वडे अवर ना कोय। गुरु गरीब निवाज। एका माई जुगत व्याई, तिन चेले परवान। एक संसारी एक भंडारी, एक लाए दीवान। जीव तिस पावे तिवै चलावे, जीव होवे फुरमान। ओ वेखै ओना नदर न आवे, गोता ए वेदान। आदेश तिसै आदेश, आद अनील अनाद अनाहत। जुग जुग एको वेश, आदेश तिसै आदेश। आद अनील अनाद अनाहत, जुग जुग एको वेश। वाहिगुरु जी का खालसा, वाहिगुरु जी की फतेह। धन गुरु नानक सच्चे पातशाह बख्शिश कर रहे हैं। जपजी साहिब दी पावन पवित्र बाणी, जो नितनेम दी बाणी है, पहली बाणी। श्री गुरु ग्रंथ साहिब जी की भी एक पहली बाणी है। सारे गुरु ग्रंथ साहिब जी का तत निचोड़ जप बाणी है। जिसने इस जप बाणी नूं समझ लिया, इहदे सिद्धांत की समझ आ गई, तो सारी बाणी उन्हें समझ ली। क्योंकि सारी बाणी श्री गुरु ग्रंथ साहिब जी की, जपजी साहिब की ही व्याख्या कर रही है। जे ये कह लो कि जप बाणी नूं सारी बाणी खोल रही है, तो ये कोई शक नहीं। तो जप तो भाव जपना हुंदा है, जपण तो भाव हुंदा है उन्होंने याद करना। जीवन दे विच अगर कोई तरक्की चाहता है तो उन्होंने जप करना पेगा। इसलिए सब तो पहली बाणी पातशाह ने रखी है जप वाली। तो जप तो भाव कोई तोता रटन नहीं, जप तो भाव कोई इस तरह का कोई मंत्र का रटन नहीं। जप तो भाव है उन्होंने पुकारना। जिमें बाबा कबीर जी ने कहा, केसो कूखी है, ना सोइए आसार, रात दिवस के कूकनी। कबहू के सुने पुकार। कबीर साहब कहते ने भी केसो केसो करके पुकारो।
ਕਿ ਸੋ ਰੱਬ ਦਾ ਨਾਮ ਉਹਨਾਂ ਨੇ ਪਾਇਆ ਹੈ। ਬਾਬਾ ਕਬੀਰ ਜੀ ਕਹਿੰਦੇ ਨੇ ਵੀ ਕੇਸੋ ਕੇਸੋ ਕਵੋ ਨੂੰ, ਭਾਵ ਕਿ ਜਿਹੜਾ ਵੀ ਤੁਹਾਨੂੰ ਗੁਰੂ ਨੇ ਨਾਮ ਦਿੱਤਾ ਹੈ, ਮੰਤਰ ਦਿੱਤਾ ਹੈ, ਉਸ ਮੰਤਰ ਦੇ ਨਾਲ ਪਰਮਾਤਮਾ ਨੂੰ ਪੁਕਾਰੋ, ਪਰਮਾਤਮਾ ਨੂੰ ਬੁਲਾਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਆਵਾਜ਼ਾਂ ਮਾਰਨੀਆਂ ਨੇ, ਆਪਣੇ ਅੰਦਰ ਆਵਾਜ਼ ਮਾਰਨੀ। ਇਸ ਲਈ ਆਵਾਜ਼ ਨਹੀਂ ਮਾਰਨੀ ਕਿ ਉਹ ਸੁਣਦਾ ਨਹੀਂ ਜਾਂ ਉੱਚਾ ਸੁਣਦਾ ਹੈ, ਮੈਂ ਜ਼ੋਰ ਦੀ ਬੋਲਣਾ, ਐਸਾ ਕੁਛ ਨਹੀਂ ਹੈ। ਇਹਨੂੰ ਅਸੀਂ ਚੁੱਪ ਕਰਕੇ ਵੀ ਆਪਣੇ ਅੰਦਰ ਬੋਲ ਸਕਦੇ ਹਾਂ, ਕਿਉਂਕਿ ਅੰਦਰ ਬੈਠਾ ਹੈ, ਉਹਨੂੰ ਬਸ ਬੁਲਾਈ ਜਾਣੇ। ਪਤਾ ਨਹੀਂ ਕਿੰਨੀ ਵਾਰੀ ਸਾਨੂੰ ਬੁਲਾਣਾ ਪਏਗਾ ਤੇ ਫਿਰ ਸਾਨੂੰ ਬੁਲਾਣਾ ਆ ਜਾਏਗਾ। ਕਿੰਨੀ ਵਾਰੀ ਉਹਨੂੰ ਪੁਕਾਰਾਂਗੇ, ਇੱਕ ਦਿਨ ਪੁਕਾਰਨਾ ਆ ਜਾਏਗਾ। ਤੇ ਜਿਸ ਦਿਨ ਸਹੀ ਤਰੀਕੇ ਨਾਲ ਅਸੀਂ ਪੁਕਾਰਾਂਗੇ ਤੇ ਪੁਕਾਰ ਸਹੀ ਤਰੀਕੇ ਦੀ ਹੋਵੇਗੀ ਤੇ ਰੱਬ ਦਾ ਦੀਦਾਰ ਹੋ ਜਾਏਗਾ, ਦਰਸ਼ਨ ਹੋ ਜਾਏਗਾ ਤੇ ਸਾਨੂੰ ਉਹ ਬਖਸ਼ਿਸ਼ ਪ੍ਰਾਪਤ ਹੋਵੇਗੀ, ਜੀਵਨ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਪਰ ਗੱਲ ਤੇ ਯਾਦ ਤੋਂ ਸ਼ੁਰੂ ਕਰਨੀ ਹੈ। ਯਾਦ ਨੂੰ ਵੀ ਜਪ ਕਿਹਾ ਹੈ ਤੇ ਜਪਣਾ ਉਹਨੂੰ ਗੁਰਮੰਤਰ ਦੇ ਰਾਹੀਂ ਹੈ। ਵਾਹਿਗੁਰੂ ਵਾਹਿਗੁਰੂ, ਖਾਲੀ ਵਾਹਿਗੁਰੂ ਵਾਹਿਗੁਰੂ ਕਹਿਣਾ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਦੇ ਨਾਲ ਪੁਕਾਰ ਹੋਵੇ ਅੰਦਰ, ਔਰ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਹੋਵੇ, ਪਰ ਅੰਦਰ ਜਿਹੜੀ ਬਿਰਤੀ ਹੈ, ਮਨ ਹੈ, ਉਹਦੀ ਚਾਹਤ ਰੱਖ ਰਿਹਾ ਹੋਵੇ, ਉਹਨੂੰ ਪੁਕਾਰ ਰਿਹਾ ਹੋਵੇ, ਤਾਂ ਸਹੀ ਮਾਇਨਿਆਂ 'ਚ ਜਪ ਬਣਦਾ। ਤਾਂ ਇਹ ਹੈ ਯਾਦ। ਤੋ ਜਿਸਨੇ ਰੱਬ ਜੀ ਨੂੰ ਯਾਦ ਕੀਤਾ ਹੈ, ਜਿਹੜਾ ਇਸ ਦੁਨੀਆ 'ਚ ਉਹਨੂੰ ਯਾਦ ਰੱਖਦਾ ਹੈ, ਉਹਦੀ ਵਡਿਆਈ ਹੈ, ਉਹਦੀ ਮਹਿਮਾ ਹੈ, ਉਹਦਾ ਇਮਤਿਹਾਨ ਹੈ ਕਿ ਜੀਵ ਇਸ ਸ੍ਰਿਸ਼ਟੀ 'ਚ ਆ ਕੇ ਉਹਨੂੰ ਯਾਦ ਰੱਖਦਾ ਹੈ ਕਿ ਨਹੀਂ ਰੱਖਦਾ, ਇਹ ਇਮਤਿਹਾਨ ਹੈ। ਰੱਬ ਜ਼ਿੰਦਗੀ 'ਚ ਕਿੰਨੀ ਵਾਰੀ ਭੁੱਲਦਾ ਹੈ ਸਾਨੂੰ, ਇੱਕ ਦਿਨ 'ਚ ਕਿੰਨੀ ਵਾਰੀ ਵਿਸਰਦਾ ਹੈ। ਅਸੀਂ ਉਹਨੂੰ ਭੁਲਾ ਕੇ ਹੱਸ ਰਹੇ ਹੁੰਦੇ ਹਾਂ, ਉਹਨੂੰ ਭੁਲਾ ਕੇ ਗੱਲਬਾਤ ਕਰ ਰਹੇ ਹਾਂ, ਰੱਬ ਜੀ ਨੂੰ ਵਿਸਾਰ ਕੇ ਖਾਂਦੇ ਪੀਂਦੇ ਹਾਂ, ਰੱਬ ਜੀ ਨੂੰ ਵਿਸਾਰ ਕੇ ਕੱਪੜੇ ਪਹਿਨਦੇ ਹਾਂ ਸੁੰਦਰ ਸੁੰਦਰ। ਤੋ ਰੱਬ ਜੀ ਨੂੰ ਵਿਸਾਰ ਕੇ ਅਸੀਂ ਸਭ ਕੁਝ ਕਰਦੇ ਹਾਂ। ਇਸੇ ਲਈ ਸਭ ਕੁਝ ਗਲਤ ਹੋ ਜਾਂਦਾ ਹੈ। ਰੱਬ ਜੀ ਨੂੰ ਅਗਰ ਪੁਕਾਰਿਆ ਜਾਵੇ, ਯਾਦ ਰੱਖਿਆ ਜਾਵੇ, ਤੇ ਫਿਰ ਯਾਦ ਰੱਖ ਕੇ ਉਸ ਨੂੰ, ਪਰਮਾਤਮਾ ਨੂੰ ਜਿਸ ਨੇ ਸਾਨੂੰ ਬਣਾਇਆ, ਉਹਦੀ ਯਾਦ ਨਾਲ ਰਹੇ, ਤਾਂ ਫਿਰ ਖਾਣਾ ਪੀਣਾ ਵੀ ਸਫਲ, ਪਹਿਨਣਾ ਸੋਣਾ, ਉੱਠਣਾ ਜਾਗਣਾ, ਤੁਰਨਾ ਫਿਰਨਾ ਸਭ ਪ੍ਰਵਾਨ ਹੋ ਜਾਂਦਾ ਹੈ, ਸੁਖਮਈ ਹੋ ਜਾਂਦਾ ਹੈ। ਤੇ ਆਓ ਅੱਜ ਦੀ ਪੌੜੀ ਦੇ ਨਾਲ ਜੁੜਦੇ ਹਾਂ। 30 ਨੰਬਰ ਪੌੜੀ ਗੁਰੂ ਪਾਤਸ਼ਾਹ ਨੇ ਬਖਸ਼ੀ ਹੈ। ਇਸ ਪੌੜੀ ਦੀਆਂ 4 ਲਾਈਨਾਂ ਤੇ ਅਗਲੀਆਂ 2 ਲਾਈਨਾਂ ਜਿਹਦੇ 'ਚ ਆਦੇਸ਼ ਤਿਸੈ ਆਦੇਸ਼ ਆਇਆ ਹੈ। ਇਹ ਕਹਿ ਲਓ ਵੀ ਇਹ ਜਿਹੜੀਆਂ 4 ਪੌੜੀਆਂ ਨੇ ਜਿਨ੍ਹਾਂ 'ਚ ਬਾਰ-ਬਾਰ ਆ ਰਿਹਾ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇਹ ਲਾਈਨਾਂ ਅਗਰ ਕਹੋ ਕਿ ਇਸ ਪੌੜੀਆਂ ਦਾ ਤੱਤ ਨਿਚੋੜ ਹੈ, ਇਹ 4 ਪੌੜੀਆਂ ਨੇ, ਕਿਉਂਕਿ ਬਾਰ-ਬਾਰ ਆ ਰਿਹਾ ਕਿ ਇੱਥੇ ਗੱਲ ਜੀਵ ਨੂੰ ਚੇਤੇ ਕਰਾਈਏ ਕਿ ਆਦੇਸ਼ ਪ੍ਰਣਾਮ ਰੱਬ ਨੂੰ ਕਰ। ਤੋ ਹਰ ਪੌੜੀ ਦੀਆਂ 4-4 ਲਾਈਨਾਂ ਨੇ, 2 ਲਾਈਨਾਂ ਅੱਗੇ ਫਿਰ ਆਦੇਸ਼ ਵਾਲੀਆਂ ਹੁੰਦੀਆਂ ਨੇ। ਆਓ ਪਹਿਲੇ ਇਸ ਪੌੜੀ ਦੀਆਂ 4 ਲਾਈਨਾਂ ਵਿਚਾਰਦੇ ਹਾਂ। ਇਸ ਪੌੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ 2 ਗੱਲਾਂ ਸਮਝਾਈਆਂ ਨੇ। ਪਹਿਲੀ ਗੱਲ ਗੁਰੂ ਪਾਤਸ਼ਾਹ ਨੇ ਕਲਮਬੰਦ ਕੀਤੀ ਹੈ
क्योंकि बाणी सारी काव रचना है, पोएम है, ये सारी पोएट्री है। ते गुरु साहब आप बहुत बड़े कवि हैं, शायर हैं। आप महाराज कहते भी ने, नानक शायर एव कहत है सच्चे परवदगारा। पर ये शायरी कोई आम शायरी नहीं। गुरु नानक पातशाह या बाकी गुरु कोई आम शायर नहीं, रब्बी शायर ने, जिन्हां दे अंदर परमात्मा दी बाणी आउंदी है, परमात्मा दा ज्ञान उतरदा है, ओनू महाराज कविता दे विच संसार नूं बख्शदे ने। तो इस पौड़ी दे अंदर पहलियां जिहड़ियां लाइनां ने, ओहदे च जिहड़ी गुरु पातशाह ने गल अंकित कीती पहलियां दो लाइनां च, ਉਹ ਇਹ ਸੀ कि गुरु नानक साहब तू पहले ਜਿਹੜੀ एक मनोत चली आ रही है, एक सोच चली आ रही है, पहले उस सोच ਨੂੰ महाराज ने कलम बंद किया ਤੇ ਉਸ ਤੋਂ ਬਾਅਦ ਫਿਰ ਆਪਣਾ ਵਿਚਾਰ ਦਿੱਤਾ। ਇਹ ਪੌੜੀ ਇੰਨੀ ਟਫ ਹੈ ਕਿ ਇਸ ਦੇ ਅਰਥ ਬੜੇ ਗਲਤ ਲੈ ਲਿੱਤੇ ਜਾਂਦੇ ਨੇ। इस पौड़ी दियां पहलियां दो लाइनां पढ़ के ये पता चलता है कि जिवें गुरु नानक पातशाह इस पौड़ी च कह रहे हों कि ब्रह्मा विष्णु महेश पृथ्वी नूं चलाण वाले ने, एक पृथ्वी नूं पैदा करदे, एक पृथ्वी दे जीवां नूं पालदा, एक पृथ्वी दे जीवां नूं मारदा, और करीबन सारे अर्थ यही कर छड्डदे ने। जद कि ये अर्थ गुरबाणी दी थीम मुताबक पूरे नहीं उतरते। अगे जाके होर भी गल स्पष्ट हो जाएगी। जदों कहंदे भी ब्रह्मा सृष्टि नूं बनाउंदा है, ते अगे जाके गल इहनूं खोलणगे महाराज कि किहड़ा ब्रह्मा पृथ्वी नूं बनाउंदा है, क्योंकि ब्रह्मा एक नहीं है। केते ब्रह्मे घाड़त घड़िए रूप रंग के वेश। इत्थे रूप रंग एक नहीं है, अनेक रूप ने, कि ये सारियां नूं ब्रह्मा बना रहा है। ते केड़ा ब्रह्मा बना रहा दसना पेगा। ते गुरु पातशाह कहते ने ब्रह्मा एक नहीं है, अनेक ब्रह्मे उन्हें बनाए ने। केड़े ब्रह्मे की गल करोगे, केड़े शिव की गल करोगे, शिव एक नहीं है, अनेक शिव रब ने बनाए ने। गुरु दसम पातशाह बख्शिश करते ने, एक शिव भये एक गए, एक फेर भये रामचंद्र कृष्ण के, अवतार भी अनेक हैं। ब्रह्मा और विष्णु के ते गने न परत एते, न विष्णु एक न ब्रह्मा एक, ना शिव एक है, कितने ब्रह्मे केते ब्रह्मे घाड़त घड़ी। रूप रंग के वेश, कितने ब्रह्मे उन्हें लाए हुए ने काम थे, और तरह तरह के रूप वो घड़ते ने बनाते, उन्होंने ड्यूटी लाई। तो इत्थे गल गुरु पातशाह जिहड़ियां दो लाइनां च दस रहे ने, जिहदे प्रति सानू भरम है, वो भरम महाराज कट रहे ने। पर भरम कट्टन का एक तरीका है गुरु पातशाह का। पहले महाराज दूसरे की गल करते हैं, उस तो बाद दूसरे की गल करन तो बाद फिर अपना विचार देंगे ने। तो इस पौड़ी दे विच जिहड़ी पुरातन गल चली आ रही है, पहले तो वो महाराज ने कलम बंद की है, जिहड़ी कि ब्राह्मणिज्म तो आई है। ब्राह्मणिज्म के अंदर अनेक देवतियां की पूजा है। ब्राह्मण ने अनेक तरह के देवते बना के बंदे नूं ओदी पूजा ते लगाया। वेद काल के अंदर देवतियां दा प्रचार होया, देवतियां की पूजा उत्ते जोर दिता गया। वेद काल तो पहले उपनिषदां दे ऋषि कोई किसी देवते नूं नहीं पूजदा सी, कोई किसी देवते नूं नहीं मनदा सी।
वेद काल तो पहले उपनिषदां दे ऋषि जिन्हां ने रब की गल की, सिमरन किया, सिमरन ते जोर दिता, वो ऐसे महान ऋषि जिहड़े जंगलों च पहाड़ां च रहिंदे सी, मठां च रहिंदे सी, उन्होंने बड़े बड़े ग्रंथ लिखे, उपनिषद जैसे महान ग्रंथ लिखे। पर वेद काल के अंदर ब्राह्मणों ने देव पूजा का इतना प्रचार किया कि उस तो पहले जिहड़ी पूजा निराकार की परमात्मा की हुंदी सी, वो आलोप हो गई, वो छुप गई। वेद काल का प्रचार ब्राह्मणों ने पढ़े लिखे होने करके इतना जबरदस्त किया कि एक परमात्मा की पूजा जिहड़ी उपनिषदां दे ऋषियां ने की कराई, रब की गल की, उन्हां दे मठां च ही रह के छुप गई, मुड़ के प्रगट ना हो सके। ते जे मैं ये कहां कि जिहड़ी उपनिषदां दे ऋषि सन वो सारे सिख सन, ते इहदे च कोई शक नहीं होवेगा, क्योंकि उसदा कारण है कि सिख किसनूं कहंदे, सिख उहनूं कहंदे ने जिहड़ा एक नूं मनदा है, जिहड़ा एक दा पुजारी, एक अकाल पुरख निराकार जिन्हें सानू बनाया ओदी आराधना करदे, उसनूं पुकारदे, अपना जीवन ओदे नाल जोड़ के रखदा। ते ऐसा ते उपनिषदां दे ऋषि सारे ही करदे आए। बाद विच ये भरम ब्राह्मणां ने पाया ते गुरु पातशाह जो उस भरम नूं इस पौड़ी दे विच खट रहे। आओ किवें गुरु पातशाह दा दर्शन करवांदे ने सानू। मैं फिर अर्ज करा, पहलियां दो लाइनां च ब्राह्मणिज्म दा गुरु पातशाह ने जिक्र किया कि ब्राह्मणिज्म यह गल कह रहे, ते फिर गुरु पातशाह कहते हैं कि ब्राह्मणिज्म ते यह कह रहे ते साडा विचार की है, वो अगलियां दो लाइनां च दस्सां। तो पहलियां दो लाइनां सरबन करते हैं। एका माई जुगत व्याई, तीन चेले परवान। ब्राह्मणिज्म कहता है कि सब तो पहले एक माया हुई, माई माने माया, ते ओ जिहड़ी माया सी ओ जुगत, जुगत माने जुड़ी, ओ माया दा जोड़ होया। ये जोड़ किदे नाल होया, ਇਹਦਾ भी कोई पता नहीं किदे नाल जोड़ होया। कईयां ने ਇਹਦੇ ਇਹ अर्थ कीते भी एक माया हुई, उस माया दा जोड़ होया रब नाल, ते ये जोड़ होना मानो कि ये विआह होया, मेल होया, माया दा ते रब दा मानो मेल होया। पर ये ते अर्थ साडे बनाए हुए ने। ते कहते उस माया ते रब दे मेल चों तीन चेले परवान हो गए, तीन चेले निकले, तीन चेले पैदा हुए एक है उस माया चों। ते एक संसारी हो गया, भाव के संसार बनाने वाला ब्रह्मा। एक भंडारी हो गया कि संसार नूं भंडार देना, अन्न धन देना, उन्हां दी परवरिश करनी। एक लाए दीवान, दीवान हुंदा है कचहरी, कोर्ट। एक कचहरी लाण वाला, कोर्ट लगाण वाला बना दिता शिव। इस तरह ये तीन चेले सब तो पहले प्रवान हुए। ये ब्राह्मणिज्म कह रही है। फिर मैं अर्ज करा, गुरु नानक नहीं कह रही, ब्राह्मणिज्म कह रहे हैं। तो ब्राह्मणिज्म की गल गुरु पातशाह कलम बंद कर रहे हैं, लिख रहे हैं भी वो इदा कह रहे। फिर इत्थे सवाल खड़ा होया जी, वो माया जुड़ी ते उस माया दे जोड़ दो
ये तीन देवते पैदा हुए ते एक ने फिर संसार बनाया, दूजे ने उसकी पालना शुरू की थी, तीजे ने फिर संसार का नाश करन दा जिहड़ा सीगा वो तारमदार अपने को ले लिया, जिम्मेवारी ले ली। ऐसा किया जाता है और इहदा प्रचार होण तक है। ते वैसे अगर ये तीन गल्लां तीन देवतियां कोल ने तो हुण इहदे च रब दी की लोड़ है? रब दी कोई लोड़ ही ना रही। फिर एक ने सृष्टि बना दी, दूजे ने उसकी पालना कर दी, तीजे ने फिर उसका नाश कर दिता, तो हुण रब की की लोड़ रही? तीन काम ही तो ऐसे ने जिहड़े इस सृष्टि बड़े अजीब ने और किसी के हथ नहीं ने। इस प्रति पूरे संसार की हैरानगी है। सब तो पहले जन्म, एक जन्म किवें हो रहा है? एक निक्का जिहा पत्थर वेख के हैरानगी होती है, कितों आया, किवें बड़ा, किन्ने बनाया? एक मुठ मिट्टी दी ले लो, ये हैरानगी पैदा करती है, मिट्टी कितों है, कौन बनाने वाला है? अपने शरीर में ही ले लो, शरीर को देख के हैरानगी होती है, ये पुतला किन्ने बनाया? एक निक्की जी चिमटी चलती है, केड़ी मोटर उहदे च लगी हुई है, ते दौड़ी जाती है, खांदी है, पींदी है, पूरा इंतजाम। ये जन्म की क्रिया बड़े बड़े साइंसदान हैरान ने और इस गल को जानना चाहते, बुझना चाहते, ये क्रिया किवें हो रही है। जिस दिन ये गल साइंस के हाथ च आ जाएगी, उस दिन वो बंदे का पुतला बना के खड़ा कर देंगे। पर यह गल बंदे के हाथ च नहीं आई, ये रब के हाथ है। एक पुतला बनाया जा सकता पर वो जान नहीं पाई जा सकती। एक पुतला भी ठीक तरीके नहीं बनाया जा सकता। किवें बनाया जा सकता? एक पुतला बनाया जा सकता, उसके अंदर दी नसां बनाई जा सकती, उसका दिमाग बनाया जा सकता। इस शरीर की ही इतनी महिमा, कौन कढ़दा है, कित्थे कढ़िया जाता है, कित्थे बन रहे, इतने शरीर आ रहे, इतने रूप आ रहे ने, अलग अलग आ रहे ने, कौन दे रहे ना? एक हैरानगी। ब्राह्मण ने मूर्ख बनाया, कहने जी ब्रह्मा कर रहे, ब्रह्मा बना रहे, इतने शरीर ब्रह्मा बना रहे हैं, तो ब्रह्मा फिर कितना को वड्डा होगा, कित्थे बह के सारा कुछ कर रहे। उन्होंने फिर एक पुरी भी दस दी, कोई ब्रह्मपुरी है, ये ब्रह्मे की एक सृष्टि अपनी, ब्रह्मे का अपना एक स्थान है, उत्थे बह के कोई सारा काम करता है। सनातन धर्म के अंदर कोई भी बंदा ये सिद्ध नहीं कर सकता कि ब्रह्मपुरी किसी जगह ते हैगी है, उन्होंने सिद्ध करके कोई दिखावे। फिर उन्होंने कहा जी कि ब्रह्मा एक पुरी च बह के सारा कुछ कर रहे। फिर विष्णु की पुरी भी बनाई कि विष्णु की पुरी अलग है, तो वह भी अपनी पुरी च बह के लोगों की पालना कर रहे। ओदी पालना कौन कर रहे, उन्होंने कौन खुआंदा पियांदा। फिर शिव की भी पुरी बनाई है कि शिव की भी अलग पुरी है जिथे वो रहते हैं। कह जो मर्जी कह लो, भावें ग्रंथों च भी लिख दिता गया, लेकिन कोई सिद्ध करके दिखावे किसी ब्रह्मपुरी चू होके आवे, विष्णुपुरी चू होके आवे, शिवपुरी चू होके आवे, फिर ही पता चलेगा कि हैगी कि नहीं हैगी। इसी तरह इस्लाम के अंदर भी कहा गया कि रब जिहड़े सतवें आकाश विच है, अल्लाह ताला
ਸਤਵੇਂ ਆਕਾਸ਼ ਵਿੱਚ ਰਹਿੰਦੇ, ਉਹਨੂੰ ਕਿਸੇ ਨੇ ਦੇਖਿਆ? ਕਹਿੰਦੇ ਜੀ ਉਹਨੂੰ ਕਿਸੇ ਨੇ ਨਹੀਂ ਦੇਖਿਆ, ਸਿਰਫ ਹਜ਼ਰਤ ਮੁਹੰਮਦ ਸਾਹਿਬ ਨੇ ਦੇਖਿਆ। ਉਹਨੂੰ ਘੋੜੇ ਤੇ ਬਿਠਾ ਕੇ ਸਤਵੇਂ ਆਕਾਸ਼ ਵਿੱਚ ਰੱਬ ਲੈ ਗਿਆ ਸੀ, ਤੇ ਉਹ ਸਤਵੇਂ ਆਕਾਸ਼ ਵਿੱਚ ਐਸਾ ਇਸਲਾਮ ਕਹਿੰਦੇ। ਇਹ ਕੋਈ ਕ੍ਰਿਟੀਸਾਈਜ਼ ਨਹੀਂ ਹੈ, ਇੱਕ ਗਿਆਨ ਹੈ। ਗਿਆਨ ਦੀ ਗੱਲ ਆਪਾਂ ਕਰ ਰਹੇ ਹਾਂ, ਕੋਈ ਕਿਸੇ ਨੂੰ ਕੱਟ ਨਹੀਂ ਰਹੇ, ਇੱਕ ਗਿਆਨ ਹੈ। ਅੱਖਾਂ ਮੀਟ ਕੇ ਸਭ ਕੁਝ ਮੰਨੀ ਜਾਣਾ ਅੱਜ ਦੇ ਯੁੱਗ ਦੇ ਵਿੱਚ ਨਾਮੁਮਕਿਨ, ਕੋਈ ਨਹੀਂ ਮੰਨੇਗਾ। ਗੱਲ ਨੂੰ ਸਿੱਧ ਕਰਨਾ ਪੈਂਦਾ ਹੈ। ਜੇ ਕਿਹਾ ਗਿਆ ਜੀ ਅੱਲਾਹ ਤਾਲਾ ਸਤਵੇਂ ਆਕਾਸ਼ ਵਿੱਚ ਰਹਿੰਦਾ ਹੈ, ਹਜ਼ਰਤ ਮੁਹੰਮਦ ਸਾਹਿਬ ਨੇ ਦੇਖਿਆ, ਘੋੜੇ ਤੇ ਬਿਠਾ ਕੇ ਉਹਨੂੰ ਲੈ ਗਏ ਸਨ, ਤੇ ਸਤਵੇਂ ਆਕਾਸ਼ ਵਿੱਚ ਕਿਸੇ ਜਹਾਜ਼ ਦੇ ਰਾਹੀਂ ਕਿਉਂ ਨਾ ਲੈ ਗਏ? ਘੋੜੇ ਤੇ ਕਿਉਂ ਲੈ ਗਏ? ਰੋਕਟ ਤੇ ਲੈ ਜਾਂਦੇ। ਅਸਲ 'ਚ ਉਸ ਵੇਲੇ ਰੋਕਟ ਬਣਿਆ ਹੀ ਨਹੀਂ, ਬਣਿਆ ਹੁੰਦਾ ਤੇ ਸ਼ਾਇਦ ਇਹ ਕਹਿੰਦੇ ਵੀ ਰੱਬ ਆਇਆ ਸੀ ਇੱਕ ਰੋਕਟ ਲੈ ਕੇ, ਉਸ ਰੋਕਟ ਦੇ ਵਿੱਚ ਬਿਠਾਇਆ ਹਜ਼ਰਤ ਮੁਹੰਮਦ ਸਾਹਿਬ ਨੂੰ, ਅੱਲਾਹ ਤਾਲਾ ਨੇ ਸਤਵੇਂ ਆਕਾਸ਼ ਵਿੱਚ ਲੈ ਗਿਆ, ਕਹਿ ਦੇਣਾ ਸੀ ਉਹਨੇ। ਖੈਰ, ਜਿਹੜੀ ਗੱਲ ਇਸ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਕਹਿ ਰਹੇ ਨੇ, ਇਹ ਦੋ ਲਾਈਨਾਂ ਵੀ ਬ੍ਰਾਹਮਣਿਜ਼ਮ ਦੀ ਇਹ ਮਨੋਤ ਹੈ ਵੀ ਮਾਇਆ ਜੁੜੀ, ਮਾਇਆ ਦਾ ਜੋੜ ਹੋਇਆ, ਮੇਲ ਹੋਇਆ, ਤਾਂ ਇਹ ਮੇਲ ਇੱਕ ਵਿਆਹ ਸਮਾਨ ਹੋਇਆ, ਜਿਹਦੇ ਚ ਤਿੰਨ ਦੇਵਤੇ ਪੈਦਾ ਹੋਏ, ਤੇ ਇੱਕ ਨੇ ਸੰਸਾਰ ਨੂੰ ਬਣਾਉਣਾ ਸ਼ੁਰੂ ਕੀਤਾ, ਇੱਕ ਨੇ ਫਿਰ ਪਾਲਣਾ ਸ਼ੁਰੂ ਕੀਤਾ, ਤੇ ਇੱਕ ਨੇ ਫਿਰ ਕਚਹਿਰੀ ਕੋਰਟ ਇਹ ਜੀਵਾਂ ਦਾ ਲਗਾਉਂਦਾ ਹੈ। ਗੁਰੂ ਸਾਹਿਬ ਇਸ ਤੋਂ ਅੱਗੇ ਗੱਲ ਆਪਣੀ ਮੱਤ ਦੀ ਕਰਦੇ ਨੇ, ਆਪਣਾ ਵਿਚਾਰ ਦਿੰਦੇ ਨੇ ਵੀ ਇਹਦੇ ਬਾਰੇ ਕੀ ਗੱਲ ਹੈ। ਮੈਂ ਅਰਜ਼ ਕਰ ਰਹੀ ਸੀ ਵੀ ਤਿੰਨ ਗੱਲਾਂ ਬੰਦੇ ਨੂੰ ਬੜੀਆਂ ਅਚੰਭੇ ਵਾਲੀਆਂ ਲੱਗ ਰਹੀਆਂ ਨੇ। ਇੱਕ ਤੇ ਜਨਮ ਬਾਰੇ ਸਾਰੇ ਹੈਰਾਨ ਨੇ ਕਿ ਇਹ ਜੀਵ ਸ੍ਰਿਸ਼ਟੀ ਤੇ ਕਦੋਂ ਆਉਂਦਾ ਹੈ। ਅਸੀਂ ਜਨਮ ਦਿਨ ਉਹ ਮੰਨਦੇ ਹਾਂ ਜਿਸ ਦਿਨ ਮਾਤਾ ਦੇ ਗਰਭ ਤੋਂ ਬਾਹਰ ਜੀਵ ਆਉਂਦਾ ਸੀ, ਕਹਿੰਦੇ ਬੱਚੇ ਦਾ ਜਨਮ ਹੋਇਆ। ਪਰ ਜਨਮ ਉਹ ਨਹੀਂ ਹੈ, ਕਿਉਂਕਿ ਬੱਚੇ ਦੇ ਸਵਾਸ ਮਾਤਾ ਦੇ ਗਰਭ 'ਚ ਸ਼ੁਰੂ ਹੋ ਗਏ ਨੇ। ਮਾਤਾ ਦੇ ਗਰਭ ਦੇ ਵਿੱਚ ਰੂਹ ਕਦੋਂ ਆਈ, ਕਿਸ ਦਿਨ ਆਈ, ਉਹ ਅਸਲ ਜਨਮ ਦਿਨ ਹੈ। ਉਹ ਜਨਮ ਦਿਨ ਕਿਸੇ ਨੂੰ ਵੀ ਨਹੀਂ ਪਤਾ ਕਿ ਅਸੀਂ ਮਾਤਾ ਦੇ ਗਰਭ 'ਚ ਕਦੋਂ ਆਏ। ਬੜਾ ਅਚੰਭਾ ਹੈ, ਕਦੋਂ ਆਏ, ਫਿਰ ਅਸੀਂ ਕਿੱਥੋਂ ਆਏ, ਕਿੱਥੇ ਸੀ ਅਸੀਂ, ਉਸ ਤੋਂ ਪਹਿਲੇ ਕਿੱਥੇ ਸੀ, ਜਿੱਥੋਂ ਅਸੀਂ ਆਏ। ਤੇ ਗੁਰੂ ਪਾਤਸ਼ਾਹ ਕਹਿੰਦੇ ਵੀ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਹਮ ਆਏ। ਦੂਸਰਾ ਚੰਬਾ ਹੈ ਜੀਵ ਦੀ ਪਾਲਣਾ, ਦੇਖੋ ਕਿਸ ਤਰ੍ਹਾਂ ਹੋ ਰਹੀ ਹੈ। ਹਰ ਜੀਵ ਨੂੰ ਰੱਬ ਪਾਲ ਰਿਹਾ। ਪੱਥਰ ਦੇ ਵਿੱਚ ਕੀੜਾ ਹੈ, ਉਹਦਾ ਪੱਥਰ 'ਚ ਇੰਤਜ਼ਾਮ ਹੋਇਆ। ਅਗਰ ਬੰਦਾ ਇੰਤਜ਼ਾਮ ਕਰਨ ਲੱਗ ਪਵੇ ਤੇ ਇੰਤਜ਼ਾਮ ਕਰ ਹੀ ਨਾ ਪਾਵੇ। ਇੱਕ ਨਿੱਕੇ ਜਿਹੇ ਪਰਿਵਾਰ ਨੂੰ ਪਾਲਣਾ ਹੋਵੇ ਤੇ ਅਫੜਾ ਦਫੜੀ ਮਚੀ ਰਹਿੰਦੀ ਹੈ। ਕਿਉਂ? ਬੰਦਾ ਸੋਚਦਾ ਹੈ ਕਿ ਮੈਂ ਪਾਲਦਾ। ਜਦੋਂ ਉਹ ਪਾਲਣ ਦਾ ਠੇਕਾ ਲਈ ਬੈਠਾ ਹੈ ਤੇ ਫਿਰ ਦੁਖੀ ਤਾਂ ਹੋਏਗਾ, ਇਹ ਠੇਕਾ ਤੇ ਰੱਬ ਦਾ ਆਪਣਾ। ਪਰ ਇਹ ਠੇਕਾ ਬੰਦੇ ਨੇ ਲੈ ਲਿਆ ਤੇ ਬੰਦਾ ਔਖਾ ਹੋ ਰਿਹਾ। ਅਗਰ ਰੱਬ ਤੇ ਸੁੱਟ ਦੇਵੇ ਤੇ ਕੁਝ ਵੀ ਮੁਸ਼ਕਲ ਨਹੀਂ। ਇੰਨੇ ਜੀਵਾਂ ਨੂੰ ਪਾਲ ਰਹੇ। ਪਾਣੀ ਵਿੱਚ ਕਿੰਨੇ ਜੀਵ ਨੇ? ਗੁਰੂ ਪਾਤਸ਼ਾਹ ਕਹਿੰਦੇ ਉੱਥੇ ਕੋਈ ਦੁਕਾਨ ਕਰਦਾ। ਜਲ ਜੰਤੂ ਕਿੰਨੇ ਨੇ? ਉਹਨਾਂ ਨੂੰ ਕੌਣ ਖਵਾਉਂਦਾ ਪਿਆਉਂਦਾ ਹੈ? ਉਹ ਚਿੰਤਾ ਨਹੀਂ ਕਰਦੇ। ਸਭ ਕੁਝ ਰੱਬ ਦੇ ਆਸਰੇ ਹੁੰਦਾ ਹੈ।
पशु पक्षी कोई धन इकट्ठा नहीं करते, पर सारे पल रहे हैं, बड़े सोहने पल रहे हैं। ਜਿਹੜੇ धन इकट्ठा कर रहे ने ਉਹਨਾਂ ਨਾਲੋਂ अच्छे पल रहे। ਬਾਣੀ ਚ ਮਾਰੇ ਕਹਿੰਦੇ परिंदे ना गिरहा जर, परिंदे पक्षी धन नहीं इकट्ठा करते। परिंदे ना गिरहा जर, दरखत आप आस कर। दरखतां दी पानी दी आस करके भाव के ਇਹਦੇ ਆਸਰੇ जीवन गुजार लेने में बड़े सुखी ने। इस सृष्टि दे विच एक निक्का जिहा फुल जिस वेले खिलदा है, इंज लगदा है हस रहे, खुशबू। इत्थे निक्का जिहा पक्षी जदों अंडे चों बाहर आंदा है, खुश हुंदा है, चह चाट करदा है। इत्थे हर जीव जिहड़ा है तुसीं देखो खुशी नाल भरिया होया, कोई गीत गांदा, कोई घोड़ियां गांदा, निक्का जिहा फुल भी कोई गीत गांदा होया दिखाई देंदा है। सारे जीव सारा दिन नचदे ने, कुददे ने, खुश हुंदे ने। शाम नूं गीत गांदे होए सो जांदे ने, सवेरे गीत गांदे होए उठदे ने। पर इंसान इहदी हालत देखो, सवेरे उठदे सार अखां च अंसू, रोंदा है। वो सारी कायनात हस रही है, रो रही है। क्यों? हंकार करके। ये जिसले सौंदा है चिंता च सौंदा है, कल की होएगा, सवेरे की होएगा। ये सौंदा चिंता च, जागदा चिंता च। इनू अजे नैचुरली जीवन जिहड़ा है वो आया नहीं है। इनू जीवन सीखना चाहिए, कायनात तो सीखना चाहिए। सारे जीव खुश हो रहे ने, प्रसन्न हो रहे हैं। उस प्रसन्नता की कोई हद नहीं, पर मनुख नूं की हो गया, हंकार मार रहा बस। ये हर गल दे विच अपनी मोहर ला रहा है कि ये सारा कुछ मैं करदा, मैं करांगा तो होवेगा। ते रब कहंदा फिर कर ले, खाम खा दा बोझ चुक ले। मैं एक छोटी जी कहानी पढ़ी। एक बंदा ट्रेन दे विच खड़े खड़े ने उन्हें एक टैची अपनी सिर ते चुक ली। कोल खड़े बंदे ने कहा, भाई साहब तुसी ट्रेन दे विच खड़े हो ते टैची अपनी सिर दे उत्ते क्यों चुक ली तुसी? टैची जिहड़ी है ट्रेन ते रखो। वो कहंदा जी मैं ट्रेन दे उत्ते भार नहीं पाना चाहता। ट्रेन उत्ते अगे इतना भार है, कितना समान लद्या, कितनियां सवारियां ने, ते मैं ट्रेन उत्ते भार नहीं पाना चाहता, इसलिए मैं टैची सिर ते चुक ली। वो हस के कहने लगा, मूर्खा, जब तू ही ट्रेन उत्ते खड़े ते तेरे उत्ते अगर टैची हैगी है ते तां भी ते भार ट्रेन ते हैगा। ये थोड़ी है कि तू टैची सिर ते चुक ली ते भार जिहड़ा वो ट्रेन का हल्का हो तां फिर भी सब कुछ होते तेरे आ। पर ये भी औखा तू हैगा। अगर ये टैची चक के तू रख दे मैं ट्रेन के उत्ते तो तू सौखा हो, पर तू सिर के उत्ते चुकी हुई है, इस वास्ते औखा। इसे तरह जिहड़ियां जिम्मेवारियां दा बंदा दावा कर रहा है, परिवार दी जिम्मेवारियां, संसार दी दावा कर रहे हैं। मैं नहीं कह रहा कि जिम्मेवारियां तू मुंह मोड़ने, जिम्मेवारियां भी रब ने लाइयां ने, लेकिन जिम्मेवारियां दा दावा कर रहा है ना, ये टैची चुकन वर्गी गल ही है। इस वास्ते दुखी ये सारा कुछ करके रब दे उत्ते छड़ देवे ते हुणे ही सुखी हो जाएगा, हुणे ही सुखा हो जाएगा। इत्थे गल गुरु पातशाह अगे कह रहे हैं, अगलियां दो लाइनां च अपना विचार दे रहे हैं। कहने जिव तिस भावै तिवै चलावे, जिव होवे फुरमान। कहते असल गल है कि जिवें वाहिगुरू नूं भावंदा है तिवें ही वो सारियां नूं चलाउंदा है, भाव के बनाउंदा है, सब नूं बनाउंदा है, सब नूं चलाउंदा है, सब दे विच वास करदा है। देखो अगर बंदे दे अंदर रब ना होवे कितना मुश्किल हो जाए।
ਅਸੀਂ ਸਵਾਸ ਲੈ ਰਹੇ ਹਾਂ ਨਾ, ਸਾਨੂੰ ਭੁਲੇਖਾ ਵੀ ਅਸੀਂ ਲੈ ਰਹੇ ਹਾਂ। ਜੇ ਅਸੀਂ ਲੈ ਰਹੇ ਹਾਂ ਤਾਂ ਜਦੋਂ ਅਸੀਂ ਸੌ ਜਾਂਦੇ ਹਾਂ ਉਦੋਂ ਕੌਣ ਲੈਂਦਾ ਹੈ? ਅਸੀਂ ਤੇ ਸੁੱਤੇ ਹੋਏ ਸੀ, ਸਵਾਸ ਕਿੰਨੇ ਨੇ? ਅਗਰ ਸਾਡੀ ਡਿਊਟੀ ਲੱਗ ਜੇ ਕਿ ਤੂੰ ਸਵਾਸ ਲੈਣੇ ਨੇ, ਅਸੀਂ ਸਵਾਸ ਲੈਣੇ ਭੁੱਲ ਜਾਈਏ, ਧਿਆਨ ਇੱਧਰ ਉੱਧਰ ਗਿਆ, ਸਵਾਸ ਲੈਣਾ ਭੁੱਲ ਗਏ, ਉੱਥੇ ਸਤਿ ਸ੍ਰੀ ਅਕਾਲ ਹੋ ਜਾਣੀ, ਭੋਗ ਪੈ ਜਾਣਾ। ਰੱਬ ਸਾਡੇ ਅੰਦਰ ਸਵਾਸ ਲੈ ਰਿਹਾ, ਰੱਬ ਸਾਡੇ ਅੰਦਰ ਭੁੱਖ ਲਗਾਉਂਦਾ ਹੈ, ਰੱਬ ਸਾਨੂੰ ਨੀਂਦ ਲਿਆਉਂਦਾ ਹੈ। ਤੁਸੀਂ ਨੀਂਦ ਲਿਆਉਣ ਦੀ ਕੋਸ਼ਿਸ਼ ਕਰੋ, ਨੀਂਦ ਨਹੀਂ ਆਏਗੀ। ਜਦੋਂ ਬੰਦਾ ਬਹੁਤ ਥੱਕਿਆ ਹੋਵੇ ਉਦੋਂ ਨੀਂਦ ਹੀ ਨਹੀਂ ਆਉਂਦੀ। ਕਿਉਂ? ਉਹ ਨੀਂਦ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਨੀਂਦ ਆਪਣੇ ਆਪ ਆਉਂਦੀ ਹੈ। ਆਪਣੇ ਆਪ ਬੰਦਾ ਜਾਗਦਾ ਹੈ, ਆਪਣੇ ਆਪ ਬੰਦਾ ਸੌਂਦਾ ਹੈ। ਨੀਂਦ ਦਾ ਹਿਸਾਬ ਹੈ, ਜਾਗਣ ਦਾ ਵੀ ਹਿਸਾਬ ਹੈ, ਖਾਣ ਦਾ ਵੀ ਹਿਸਾਬ ਹੈ। ਇਹ ਸਾਰਾ ਕੁਝ ਬਣਿਆ ਹੀ ਹੋਇਆ, ਨਾਪਿਆ ਤੋਲਿਆ ਹੀ ਹੋਇਆ। ਬਸ ਇਸ ਨੂੰ ਸਮਝਣਾ, ਸਮਝਣ ਲਈ ਗੁਰੂ ਪਾਤਸ਼ਾਹ ਨੇ ਬੁੱਧੀ ਦਿੱਤੀ, ਤੇ ਬੁੱਧੀ ਵੀ ਉਹਦੀ ਹੈ। ਗੁਰੂ ਮਹਾਰਾਜ ਮਿਹਰ ਕਰੇ ਕਿਸੇ ਦੀ ਬੁੱਧੀ ਇਸ ਤਰ੍ਹਾਂ ਦੀ ਬਣਾ ਦੇਵੇ ਕਿ ਉਹ ਬੁੱਧੀ ਦੀ ਠੀਕ ਵਰਤੋਂ ਕਰਨ ਲੱਗ ਪਵੇ। ਮਹਾਰਾਜ ਕਹਿੰਦੇ ਵੀ ਜਿਵੇਂ ਰੱਬ ਨੂੰ ਭਾਉਂਦਾ ਤਿਵੇਂ ਉਹ ਸਾਰਿਆਂ ਨੂੰ ਚਲਾਉਂਦਾ। ਇਹਦੇ 'ਚ ਕੋਈ ਤਿੰਨ ਦੇਵਤਿਆਂ ਦਾ ਕੰਮ ਨਹੀਂ ਹੈ, ਕਿਉਂਕਿ ਇਹ ਬਹੁਤ ਵੱਡਾ ਕੰਮ ਹੈ। ਤਿੰਨ ਦੇਵਤੇ ਕਰ ਵੀ ਨਾ ਸਕਣ, ਉਹ ਕੰਮ ਇਤਨਾ ਵੱਡਾ ਹੈ। ਇੱਕ ਬ੍ਰਹਮਾ ਕਿਵੇਂ ਕਰ ਲੇਗਾ, ਇੱਕ ਵਿਸ਼ਨੂੰ ਕਿਵੇਂ ਕਰ ਲੇਗਾ? ਇਸੇ ਲਈ ਦੇਖਿਆ ਕਿਤੇ ਬ੍ਰਹਮੇ ਕਾਰਜ ਕਰੇ। जीव तिस भावे तिवै चलावे, जीव होवे फुरमान। जिवें वाहिगुरु नूं भावंदे तिवें जीवां नूं चलाउंदा, ते जिवें वाहिगुरु दा फरमान हुंदा है। फरमान मने हुक्म हुंदा, जिवें वाहिगुरु जी हुक्म करदे ने इस सृष्टि उसे तरह पैदा हुंदी है, उसे तरह इस सृष्टि दा जन्म हुंदा है। इस सृष्टि दे विच जीव आंदे ने, इस सृष्टि दे भी जीव जांदे ने। ये सारा तारदार वाहिगुरु दे अपने हत्थ है। ते किवें जीव आंदे ने, किवें जीव जांदे ने, ये उहदे अपने हत्थ है। फिर सवाल पैदा किया ब्रह्मा विष्णु है नहीं? महाराज कहते ये गल नहीं है भी नहीं है। उन्हें अनेक देवते बनाए हैगे ने, अनेक शिव बनाए हैगे ने, पर एक गल उन्हां प्रति भी है कही ते संसार प्रति भी कही समुची गल है। वो ये है ओ वेखै उन्हां नदर न आवे, बोता एही विदान। वो वेखदा सारियां नूं, वो वेखदा ब्रह्मा विष्णु नूं भी देखदा, देवतियां नूं भी देखदा, बंदियां नूं भी देखदा, सब नूं बना के सब नूं वेखदा। पर कमाल की गल है कि वो नज़र नहीं आउंदा, वो किसी नूं दिखाई नहीं देंदा। क्यों भला? क्योंकि इन्हां अखां नाल दिखाई नहीं देंदा। असीं जिहड़ियां अखां नाल संसार नूं वेख रहे हां, माँ बाप नूं वेखदे हां, भैणां भरावां नूं देखदे हां, संसारी जीवां नूं देखदे हां, उन्हां अखां नाल असीं रब नूं देखना चाहुंदे हां। किवें दिखेगा? नहीं दिखेगा। इन्हां अखां दी सीमा, ये अखां बहुत ज्यादा दूर नहीं देख सकती, ये कान बहुत ज्यादा दूर नहीं सुन सकते, ये जबान बहुत ज्यादा उच्चा नहीं बोल सकती। अगर उच्चा बोल सकती होंदी तो स्पीकर लाउण दी लोड़ ना पैंदी। इहदी आवाज़ दी सीमा, इहदे सुनण दी सीमा, इहदे बोलण दी सीमा, ते ये अखां नाल रब नूं नहीं देख पाएगा, इन्हां कन्नां नाल रब नूं नहीं सुन पाएगा, इस जबान नाल रब दे उस महान रस नूं, आनंद नूं नहीं मान सकेगा। फिर किहड़ियां अखां ने? इन्हां अखां च कोई होर अखां ने, इन्हां कन्नां च कोई होर कंन ने, इस जेबा दे विच कोई होर जेबा है जिहड़ी सिमरन तो मिलदी है, प्रभु की याद तो मिलती है, परमात्मा की पुकार तो मिलती है। इसीलिए क्या तू पुकार,
ਕਹਿੰਦੇ ਇਹ ਅਚੰਭਾ ਹੈ ਵੀ ਉਹ ਸਭ ਨੂੰ ਵੇਖਦਾ ਹੈ, ਪਰ ਉਹਨੂੰ ਇਹ ਨਜ਼ਰ ਨਹੀਂ ਆਉਂਦਾ ਵਾਹਿਗੁਰੂ ਉਹਨਾਂ ਜੀਵਾਂ ਨੂੰ, ਉਹਨਾਂ ਦੇਵਤਿਆਂ ਨੂੰ। ਬਹੁਤਾ ਇਹ ਵੇਦਾਨ, ਬਹੁਤ ਵੱਡਾ ਇਹੀ ਅਚੰਭਾ ਹੈ, ਵੇਦਾਨ ਹੈਰਾਨਗੀ ਹੈ ਵੀ ਉਹ ਸਭ ਨੂੰ ਵੇਖਦਾ ਹੈ ਤੇ ਸਾਰੇ ਜੀਵ ਉਹਨੂੰ ਨਹੀਂ ਦੇਖ ਪਾਉਂਦੇ। ਇਹੀ ਅਚੰਭਾ ਹੈ। ਅਗਲੀਆਂ ਲਾਈਨਾਂ ਚ ਕਹਿੰਦੇ ਨੇ, ਆਦੇਸ਼ ਤਿਸੈ ਆਦੇਸ਼, ਬਸ ਸਾਡੀ ਤੇ ਆਦੇਸ਼ ਹੈ। ਆਦੇਸ਼ ਮਾਨੇ ਪ੍ਰਣਾਮ, ਉਸੇ ਨੂੰ ਹੀ ਆਦੇਸ਼ ਹੈ, ਉਸੇ ਨੂੰ ਹੀ ਪ੍ਰਣਾਮ ਹੈ। ਕਿਸ ਨੂੰ? ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਐਸੇ ਰੱਬ ਜੀ ਜੋ ਸਭ ਦਾ ਆਦ ਨੇ, ਮੁੱਢ ਹੈ, ਸਭ ਦਾ ਮੁੱਢ ਹੈ। ਅਨੀਲ ਸ਼ੁੱਧ ਸਰੂਪ ਹੈ। ਅਨਾਦ ਜਿਨ੍ਹਾਂ ਦਾ ਆਪਣਾ ਕੋਈ ਆਦ ਨਹੀਂ, ਉਹ ਅਨਾਦ ਹਨ। ਅਨਾਹਤ ਲਗਾਤਾਰ ਇੱਕ ਰਸ ਵਿਆਪਕ, ਇੱਕ ਰਸ ਰਹਿਣ ਵਾਲੇ। ਇੱਕ ਰਸ ਦਾ ਮਤਲਬ ਪੇੜ 'ਚ ਵੀ ਇੱਕ ਰਸ, ਪਸ਼ੂ ਪਕਸ਼ੀਆਂ 'ਚ ਵੀ ਇੱਕ ਰਸ, ਬੰਦਿਆਂ 'ਚ ਵੀ ਇੱਕ ਰਸ, ਹਵਾ ਪਾਣੀ 'ਚ ਵੀ ਇੱਕ ਰਸ। ਉਹ ਜੋ ਇੱਕ ਰਸ ਸ਼ਕਤੀ ਹੈ, ਉਹ ਹੈ ਅਨਾਹਤ। ਜੁਗ ਜੁਗ ਏਕੋ ਵੇਸ, ਹਰ ਯੁੱਗ 'ਚ, ਯੁੱਗਾਂ ਯੁੱਗਾਂ 'ਚ ਉਹਨਾਂ ਦਾ ਇੱਕੋ ਹੀ ਵੇਸ ਹੈ। ਭਾਵ ਕਿ ਇੱਕੋ ਜਿਹੇ ਨੇ, ਬਦਲਦੇ ਨਹੀਂ ਕਦੇ। ਰੱਬ ਜੀ ਵਿੱਚ ਕਦੀ ਬਦਲਾਅ ਨਹੀਂ ਹੁੰਦਾ, ਇੱਕੋ ਜੈਸੇ ਰਹਿੰਦੇ। ਜਿਵੇਂ ਅਸੀਂ ਬਦਲ ਜਾਂਦੇ ਹਾਂ ਨਾ, ਸਰੀਰ ਕਰਕੇ ਵੀ ਬਦਲੇ। ਕਦੀ ਅਸੀਂ ਬੱਚੇ ਸੀ, ਫਿਰ ਜਵਾਨ ਹੋਏ, ਫਿਰ ਬੁੱਢੇ ਵੀ ਹੋਣੇ, ਫਿਰ ਮਰਨਾ ਵੀ ਹੈ। ਬਦਲਾਅ ਹੈ। ਉਸ ਤੋਂ ਬਾਅਦ ਵੀ ਅੱਗੇ ਵੀ ਬਦਲਾਅ ਹੈ। ਪਰ ਰੱਬ ਦੇ ਵਿੱਚ ਬਾਹਰੋਂ ਵੀ ਕੋਈ ਬਦਲਾਅ ਨਹੀਂ, ਤੇ ਸੁਭਾਅ 'ਚ ਵੀ ਕੋਈ ਬਦਲਾਅ ਨਹੀਂ। ਜਿਵੇਂ ਸਾਡੇ ਸੁਭਾਅ 'ਚ ਵੀ ਬਦਲਾਅ ਹੁੰਦਾ, ਸਾਡਾ ਮਨ ਵੀ ਬਦਲਦਾ। ਬਚਪਨ ਵਿੱਚ ਅਸੀਂ ਹੋਰ ਤਰ੍ਹਾਂ ਸੋਚਦੇ ਸਾਂ, ਹੁਣ ਅਸੀਂ ਹੋਰ ਤਰ੍ਹਾਂ ਸੋਚਦੇ ਹਾਂ। ਸਾਡੇ 'ਚ ਬਦਲਾਅ ਹੈ, ਰੱਬ 'ਚ ਬਦਲਾਅ ਨਹੀਂ ਹੈ। ਇਸ ਲਈ ਕਿ ਜੁਗਾਂ ਜੁਗਾਂ ਦੇ ਵਿੱਚ, ਜੁਗ ਜੁਗ ਵੀ ਇਸ ਲਈ ਲਫ਼ਜ਼ ਵਰਤੇ ਕਿ ਜੁਗ ਦਾ ਮਤਲਬ ਹੀ ਹੈ ਬਦਲਾਅ। ਤੇ ਜੁਗ ਦਾ ਮਤਲਬ ਹੈ ਬਦਲਾਅ। ਇਹ ਬਦਲਾਅ ਮਨੁੱਖੀ ਤਲ ਤੇ। ਪਸ਼ੂ ਪਕਸ਼ੀ ਨਹੀਂ ਬਦਲਦੇ, ਉਹ ਉਦਾਂ ਹੀ ਰਹਿੰਦੇ ਨੇ। ਹਾਂ, ਕੁਝ ਜਾਨਵਰ ਬਦਲਦੇ ਨੇ, ਜਿਹੜੇ ਬੰਦਿਆਂ 'ਚ ਰਹਿੰਦੇ ਨੇ ਉਹ ਬਦਲ ਜਾਂਦੇ ਨੇ। ਜਿਹੜੇ ਜੰਗਲ 'ਚ ਰਹਿੰਦੇ ਨੇ ਉਹ ਨਹੀਂ ਬਦਲਦੇ, ਉਹਨਾਂ ਦਾ ਸੁਭਾਅ ਉਦਾਂ ਹੀ। ਜੰਗਲੀ ਕੁੱਤੇ ਦੇਖ ਲਓ, ਬਿਲਕੁਲ ਉਦਾਂ ਹੀ ਹੈਗੇ। ਜੰਗਲੀ ਸੂਰ ਦੇਖ ਲਓ, ਉਦਾਂ ਹੀ ਨਹੀਂ ਬਦਲੇ। ਪਰ ਜਿਹੜੇ ਬੰਦਿਆਂ ਨਾਲ ਰਹੇ, ਉਹਨਾਂ ਨੂੰ ਬੰਦਿਆਂ ਦੀ ਆਦਤ ਪੈ ਗਈ ਜੀ। ਬੰਦੇ ਬਦਲਦੇ ਨੇ, ਵੀ ਉਹ ਵੀ ਬਦਲਦੇ ਚਲੇ ਗਏ। ਨਹੀਂ ਤੇ ਜੰਗਲ ਦੇ ਵਿੱਚ ਰਹਿਣ ਵਾਲੇ ਨੂੰ ਰੋਟੀਆਂ ਖਾਂਦੇ ਨੇ ਕੁੱਤੇ, ਸ਼ਿਕਾਰ ਕਰਦੇ, ਉਸੇ ਤਰ੍ਹਾਂ ਜੀਂਦੇ। ਪਰ ਜਿਹੜੇ ਕੁੱਤੇ ਮਨੁੱਖਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਮਨੁੱਖਾਂ ਦੇ ਤਰੀਕੇ ਨਾਲ ਰਹਿਣਾ ਪੈਂਦਾ ਹੈ। ਉਹਨਾਂ ਦੇ ਸੁਭਾਅ ਉਦਾਂ ਦੇ ਹੋਣੇ, ਚਾਹੇ ਖੂਮਾਂ ਨੇ, ਚਾਹੇ ਬੈਲ ਨੇ, ਚਾਹੇ ਭੈਂਸ ਸੀ। ਇੱਥੋਂ ਤੱਕ ਕਿ ਸ਼ੇਰ ਤੱਕ, ਚੀਤੇ ਤੱਕ ਬਦਲ ਬੰਦਿਆਂ 'ਚ ਰਹੇ। ਪੂਰੇ ਤੇ ਨਹੀਂ ਬਦਲੇ, ਪਰ ਫਿਰ ਵੀ ਕਾਫੀ ਬਦਲਾਅ ਆ ਗਿਆ। ਪਰ ਜੰਗਲ ਦੇ ਵਿੱਚ ਨਹੀਂ। ਤੇ ਇਸ ਬਦਲਾਅ ਨੂੰ ਹੀ ਯੁੱਗ ਕਹਿੰਦੇ ਨੇ। ਕਹਿੰਦੇ ਰੱਬ ਦੇ ਵਿੱਚ ਬਦਲਾਅ ਨਹੀਂ ਆਉਂਦਾ, ਉਹ ਇੱਕੋ ਜਿਹਾ ਵੇਸ ਰੱਖਦਾ ਹੈ। 84 ਲੱਖ ਜੂਨੀ ਜਿਹੜੀ ਮੰਨੀ ਹੈ, ਇਹਦੇ 'ਚ ਵੀ ਬਦਲਾਅ ਆਉਂਦਾ ਹੈ। ਚਾਹੇ ਜਾਮਾ ਬਦਲਣ ਤਾਂ ਬਦਲਾਅ ਆਉਂਦਾ ਹੈ, ਇੱਕ ਜਾਮੇ 'ਚ ਵੀ ਬਦਲਾਅ ਆਉਂਦਾ ਹੈ, ਜਿਹੜਾ ਉਹਨਾਂ ਨੂੰ ਸਰੀਰ ਮਿਲਿਆ। ਜਿਵੇਂ ਪਕਸ਼ੀਆਂ ਨੂੰ ਪੜ੍ਹਾਇਆ ਜਾਂਦਾ, ਉਹਨਾਂ 'ਚ ਬਦਲਾਅ ਲੈ ਆਉਂਦਾ। ਪਰ ਰੱਬ ਜਿਹੜਾ ਉਹ ਆਪਣੇ ਆਪ ਦੇ ਵਿੱਚ ਕਾਇਮ ਦਾਇਮ ਹੈ, ਬਦਲਦਾ ਨਹੀਂ। ਹੁਣ ਸਵਾਲ ਹੈ, ਅਸੀਂ ਬਦਲਣਾ ਕਿ ਨਹੀਂ ਬਦਲਣਾ?
ਅਸੀਂ ਬਦਲਨੇ, ਪਰ ਸਾਨੂੰ ਪਤਾ ਨਹੀਂ ਕਿ ਅਸੀਂ ਬਦਲ ਕੇ ਕਿਹੋ ਜਿਹੇ ਹੋਣਾ, ਇਹ ਨਹੀਂ ਸਾਨੂੰ ਪਤਾ। ਸਾਡਾ ਬਦਲਾਓ ਕੁਝ ਹੋਰ ਤਰ੍ਹਾਂ ਦਾ ਹੈ। ਮੈਂ ਇੱਕ ਛੋਟੀ ਜਿਹੀ ਕਹਾਣੀ ਸੁਣਾ ਕੇ ਸਮਾਪਤੀ ਕਰਾਂ। ਦੋ ਮਿੱਤਰ ਸਨ, ਇੱਕ ਗ੍ਰਸਤੀ ਸੀ ਤੇ ਇੱਕ ਜਤੀ ਸੀ। ਸੰਨਿਆਸੀ ਸੀ, ਇੱਕ ਗ੍ਰਸਤੀ ਸੀ। ਹੈਂਡਸਮ ਦੋਏ ਮਿੱਤਰ ਇੱਕ ਦਿਨ ਆਪਸ ਵਿੱਚ ਵਿਛੜ ਗਏ। ਸੰਨਿਆਸੀ ਜੰਗਲਾਂ 'ਚ ਚਲਾ ਗਿਆ, ਗ੍ਰਸਤੀ ਜਿਹੜਾ ਸੀ ਉਹ ਮਾਇਆ 'ਚ ਲੱਗ ਗਿਆ। ਤੇ ਗ੍ਰਸਤੀ ਨੇ ਬੜੀ ਮਾਇਆ ਇਕੱਠੀ ਕਰ ਲਈ, ਬੜਾ ਧਨ ਜੋੜ ਲਿਆ, ਪੈਸਾ ਜੋੜ ਲਿਆ। ਸੰਨਿਆਸੀ ਜੰਗਲ 'ਚ ਚਲਾ ਗਿਆ। ਕੁਦਰਤੀ ਬੜੇ ਚਿਰਾਂ ਬਾਅਦ, ਕਈ ਸਾਲਾਂ ਬਾਅਦ ਉਹਨਾਂ ਦੋਵਾਂ ਦਾ ਆਪਸ ਵਿੱਚ ਮੇਲ ਹੋ ਗਿਆ। ਕਿਤੇ ਬਾਜ਼ਾਰ 'ਚ ਮਿਲ ਪਏ, ਸੰਨਿਆਸੀ ਵੀ ਕਿਤੇ ਆਇਆ ਹੋਣਾ, ਦੋਵਾਂ ਦਾ ਮੇਲ ਹੋ ਗਿਆ ਤੇ ਆਪਸ ਵਿੱਚ ਮਿਲ ਕੇ ਬੜੇ ਖੁਸ਼ ਹੋਏ। ਪੁਰਾਣੀ ਮਿੱਤਰਤਾ, ਬਚਪਨ ਦੀ ਯਾਦ ਕਰਵਾਈ। ਤੇ ਜਿਹੜਾ ਅਮੀਰ ਸੀ ਨਾ, ਉਹਨੇ ਉਹਨੂੰ ਇਨਵਾਈਟ ਕੀਤਾ ਕਿ ਤੁਸੀਂ ਮੇਰੇ ਘਰ ਆਓ, ਤੁਸੀਂ ਸੰਨਿਆਸੀ ਹੋ, ਸਾਧੂ ਹੋ, ਅਸੀਂ ਗ੍ਰਸਤੀ ਹਾਂ, ਸਾਡਾ ਫਰਜ਼ ਬਣਦਾ ਤੁਹਾਡੀ ਸੇਵਾ ਕਰੀਏ, ਤੁਸੀਂ ਸਾਡੇ ਘਰ ਆਓ, ਇੱਕ ਦਿਨ ਦਾ ਭੋਜਨ ਤੁਸੀਂ ਮੇਰੇ ਘਰ ਛਕਣਾ। ਸੰਨਿਆਸੀ ਨੇ ਮੰਨ ਲਿਆ, ਚਲੋ ਮਿੱਤਰ ਕਹਿ ਰਹੇ। ਤੇ ਜਿਹੜਾ ਗ੍ਰਸਤੀ ਪੁਰਸ਼ ਸੀ ਨਾ, ਉਹਨੇ ਸੰਨਿਆਸੀ ਦੇ ਆਉਣ ਵਾਸਤੇ ਬੜਾ ਵਧੀਆ ਇੰਤਜ਼ਾਮ ਕੀਤਾ। ਜਿਸ ਰਸਤੇ ਉਹਨੇ ਆਉਣਾ ਸੀ, ਉਸ ਰਸਤੇ 'ਚ ਬੜੇ ਸੁੰਦਰ ਕੀਮਤੀ ਟਾਟ ਵਿਛਾ ਦਿੱਤੇ, ਚਾਦਰਾਂ ਵਿਛਾ ਦਿੱਤੀ, ਸੁਗੰਧੀਆਂ ਇਤਿਆਦਿਕ ਫੁੱਲ ਰਸਤੇ 'ਚ ਬਖੇਰ ਦਿੱਤੇ ਕਿ ਮੇਰਾ ਮਿੱਤਰ ਆ ਰਹੇ। ਸੰਨਿਆਸੀ ਸਾਧੂ ਜਿੱਥੇ ਉਹਨੇ ਬਹਿਣਾ ਸੀ, ਉਸ ਜਗ੍ਹਾ ਤੇ ਵੀ ਬੜੀ ਸੁੰਦਰ ਜਗ੍ਹਾ ਵਿਛਾਉਣਾ, ਬੜਾ ਅੱਛਾ ਸਿੰਘਾਸਨ ਲਾ ਦਿੱਤਾ। ਸਾਧੂ ਮਹਾਰਾਜ ਆ ਰਹੇ ਨੇ। ਅਚਾਨਕ ਕਿਸੇ ਚੁਗਲਖੋਰ ਨੇ, ਕਿਉਂਕਿ ਚੁਗਲਖੋਰ ਹਰ ਜਗ੍ਹਾ ਹੁੰਦੇ ਨੇ, ਆਪਣਾ ਕੰਮ ਕਰ ਜਾਂਦੇ, ਉਹਨੇ ਜਾ ਕੇ ਸੰਨਿਆਸੀ ਨੂੰ ਕਿਹਾ ਵੀ ਜਿਹੜਾ ਤੇਰਾ ਮਿੱਤਰ ਹੈ ਨਾ, ਬੜਾ ਹੰਕਾਰੀ ਹੈ, ਉਹ ਤੈਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਮੈਂ ਬੜਾ ਮਾਇਆਧਾਰੀ ਹਾਂ, ਤੇ ਦੇਖ ਲੈ ਤੇਰੇ ਕੋਲ ਕੀ ਹੈਗਾ। ਮੈਂ ਤਾਂ ਤੇਰੇ ਲਈ ਵਧੀਆ ਵਿਛਾਉਣਾ, ਤੇਰੇ ਰਸਤੇ ਦੇ ਵਿੱਚ ਆਉਣ ਦਾ ਬੜਾ ਵਧੀਆ ਸਵਾਗਤ ਕੀਤਾ, ਤੂੰ ਤੇ ਇਹਦੇ ਯੋਗ ਹੀ ਨਹੀਂ। ਉਹ ਕਿਸੇ ਨੇ ਇਸ ਤਰ੍ਹਾਂ ਦੀ ਕੋਈ ਚੁਗਲੀ ਜਾਂ ਗੱਲ ਬਣਾ ਲਈ ਆਪਣੇ ਕੋਲੋਂ, ਉਹਨੂੰ ਕਹਿ ਦਿੱਤੀ। ਉਹਨੂੰ ਬੜਾ ਗੁੱਸਾ ਆਇਆ, ਜਦਕਿ ਸੰਨਿਆਸੀ ਸੀ, ਸੰਨਿਆਸੀ ਕੋਲ ਗੁੱਸੇ ਦਾ ਕੀ ਕੰਮ। ਪਰ ਫਿਰ ਵੀ ਬੰਦਾ ਬੰਦਾ ਹੀ ਹੈ, ਕਿਉਂਕਿ ਪੂਰਾ ਸੰਨਿਆਸੀ ਹੋਵੇ ਤੇ ਗੁੱਸਾ ਨਹੀਂ ਆਏਗਾ। ਪਰ ਅਜੇ ਪੂਰਾ ਸੰਨਿਆਸੀ ਨਹੀਂ ਸੀ ਹੋਇਆ, ਗੁੱਸੇ ਨਾਲ ਭਰ ਗਿਆ। ਉਹਨੇ ਕਿਹਾ, ਅੱਛਾ ਇਹ ਦਿਖਾਵਾ ਕਰ ਰਿਹਾ, ਮੈਨੂੰ ਦਿਖਾਉਣਾ ਚਾਹੁੰਦਾ ਹੈ, ਮੈਂ ਕੋਈ ਘਾਟਾ। ਹੰਕਾਰ ਸਵਾਰ ਹੋਇਆ। ਉਹਨੇ ਕੀ ਕੀਤਾ ਕਿ ਚਿੱਕੜ ਦੇ ਵਿੱਚ ਨਾ ਆਪਣਾ ਪੂਰਾ ਬਦਨ ਜਿਹੜਾ ਸੀਗਾ ਚਿੱਕੜ ਦੇ ਵਿੱਚ ਪਾ ਕੇ ਆਪਣੇ ਆਪ ਨੂੰ ਲਬੇੜ ਲਿਆ, ਪੂਰੇ ਬਦਨ ਤੇ ਚਿੱਕੜ ਲਬੇੜ ਕੇ, ਤੇ ਕੁਝ ਹੱਥ 'ਚ ਵੀ ਰੱਖ ਲਿਆ ਚਿੱਕੜ। ਜਿਸ ਰਸਤੇ ਉਹ ਲੰਘਣਾ ਸੀ, ਉੱਥੇ ਫੁੱਲ ਵਿਛੇ ਹੋਏ, ਸੁੰਦਰ ਟਾਟ ਵਿਛੇ, ਚਾਦਰਾਂ ਵਿਛੀਆਂ, ਉਹਦੇ ਉੱਤੋਂ ਹੀ ਉਹਨਾਂ ਗੰਦੇ ਪੈਰਾਂ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ। ਅਮੀਰ ਮਿੱਤਰ ਦੇਖਦਾ ਰਿਹਾ ਵੀ ਇਹ ਮੇਰਾ ਮਿੱਤਰ ਕੀ ਕਰ ਰਿਹਾ। ਮੁੜ ਕੇ ਜਿਸ ਵਿਛੋਣੇ ਉੱਤੇ ਬਹਿਣਾ ਸੀ, ਬੜਾ ਕੀਮਤੀ ਵਿਛੋਣਾ ਮਖਮਲ ਦਾ, ਉਹਦੇ ਉੱਤੇ ਜਾ ਕੇ ਬਹਿ ਗਿਆ। ਉਸੇ ਤਰ੍ਹਾਂ ਚਿੱਕੜ ਦੇ ਨਾਲ ਲਿਬੜਿਆ ਹੋਇਆ ਸਾਰਾ ਵਿਛੋਣਾ ਗੰਦਾ ਹੋ ਗਿਆ। ਅਮੀਰ ਮਿੱਤਰ ਆਇਆ, ਸੰਨਿਆਸੀ ਨੂੰ ਕਹਿੰਦਾ, ਇਹ ਮੇਰੇ ਮਿੱਤਰ, ਇਹ ਕੀ ਐਨੀ ਤਕਲੀਫ ਤੁਹਾਨੂੰ ਕਰਨ ਦੀ ਕੀ ਲੋੜ ਪਈ ਹੋਈ ਹੈ ਕਿ ਤੁਸੀਂ ਚਿੱਕੜ ਮਲ ਕੇ ਆ ਗਏ। ਉਹ ਪਤਾ ਕੀ ਕਹਿੰਦਾ ਹੈ ਅੱਗੋਂ, ਕਹਿੰਦਾ ਤੂੰ ਆਪਣੇ ਆਪ ਨੂੰ ਕੀ ਸਮਝਦਾ ਕਿ ਤੂੰ ਦਿਖਾਵਾ ਕੀਤਾ, ਆਪਣੀ ਅਮੀਰੀ ਦਿਖਾਈ ਹੈ, ਤੇ ਮੈਂ ਵੀ ਆਪਣਾ ਸੰਨਿਆਸ ਦਿਖਾਇਆ ਹੈ। ਜਿਸ ਨੇ ਇਹ ਗੱਲ ਸੁਣੀ ਤੇ ਉਹ ਅਮੀਰ ਮਿੱਤਰ ਕਹਿੰਦਾ
ਕਹਿੰਦਾ ਅਸੀਂ ਅਜੇ ਵੀ ਉਦਾਂ ਦੀ ਹੈਗੇ, ਜਿਵੇਂ ਬਚਪਨ ਵੀ ਜਿੱਦੀ ਸੀ ਨਾ, ਆਪਣਾ ਆਪਣਾ ਕੁਝ ਦਿਖਾਉਂਦੇ ਸਾਂ, ਤੇ ਕਹਿੰਦੇ ਹੁਣ ਵੀ ਅਸੀਂ ਇਦਾਂ ਦੇ ਹਾਂ। ਮੈਂ ਅਮੀਰ ਹੋ ਕੇ ਕੁਝ ਦਿਖਾਇਆ, ਤੂੰ ਸੰਨਿਆਸੀ ਹੋ ਕੇ ਦਿਖਾਇਆ, ਪਹੁੰਚੇ ਅਸੀਂ ਕਿਤੇ ਵੀ ਨਹੀਂ। ਅਜੇ ਸਾਡੇ ਅੰਦਰ ਉਹੀ ਹੰਕਾਰ ਹੈ, ਤੇ ਇਹਨੂੰ ਸੰਨਿਆਸ ਪੁਣੇ ਦਾ ਹੰਕਾਰ ਹੈ। ਤੂੰ ਆਪਣਾ ਸੰਨਿਆਸ ਪੁਣਾ ਦਿਖਾਏ, ਮੈਂ ਆਪਣੀ ਅਮੀਰੀ ਦਿਖਾਈ। ਦਿਖਾਉਣ ਦੀ ਕਿਰਿਆ ਇੱਕੋ ਜਿਹੀ ਹੈ, ਚਾਹੇ ਸੰਨਿਆਸੀ ਕੋਲ ਹੋਵੇ ਚਾਹੇ ਅਮੀਰ ਕੋਲ ਹੋਵੇ। ਹੈਂਕੜ ਤੇ ਸੇਮ ਹੈ। ਕਹਿੰਦੇ ਕਿ ਇਹ ਹੈਂਕੜ ਬਚਪਨ ਵਿੱਚ ਨਹੀਂ ਸੀ ਸਾਡੀ, ਇਹੀ ਹੈਂਕੜ ਹੋਣੇ। ਮੈਂ ਅਰਜ਼ ਕਰ ਰਹੀ ਸੀ ਬਦਲਣੇ, ਪਰ ਬਦਲਣਾ ਕੀ ਹੈ ਇਹ ਪਤਾ ਹੋਣਾ ਚਾਹੀਦਾ। ਬਦਲਣਾ ਇਹ ਹੈ ਕਿ ਜਿਸ ਤਰ੍ਹਾਂ ਦੇ ਅਸੀਂ ਹਾਂ, ਹੁਣ ਅਸੀਂ ਉਹਨੂੰ ਬਦਲ ਕੇ ਰੱਬ ਜੈਸੇ ਹੋਣਾ। ਜਿਵੇਂ ਰੱਬ ਹੈ ਨਾ, ਉਵੇਂ ਅਸੀਂ ਸੋਚ ਬਣਾਉਣੀ ਹੈ। ਸਾਡੀ ਥਿੰਕਿੰਗ ਰੱਬ ਜੈਸੀ ਹੋਣੀ ਚਾਹੀਦੀ ਹੈ। ਇਹ ਰੱਬ ਜੈਸੀ ਥਿੰਕਿੰਗ ਕਿੱਦਾਂ ਹੋਏਗੀ? ਹੋਏਗੀ ਬਾਣੀ। ਬਾਣੀ ਇੱਕ ਸੋਚ ਹੈ। ਬਾਣੀ ਜਿਹੜੀ ਹੈ ਇਹ ਰੱਬ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ। ਬਾਣੀ ਕੋਈ ਸ਼ੁਭ ਮੰਤਰ ਨਹੀਂ ਹੈ, ਬਾਣੀ ਇੱਕ ਸੋਚ ਹੈ। ਉਸ ਸੋਚ ਨੂੰ ਥਿੰਕਿੰਗ ਹੈ ਬਾਣੀ। ਇਸ ਥਿੰਕਿੰਗ ਨੂੰ ਗ੍ਰਹਿਣ ਕਰਨਾ, अपनाना, इंप्लीमेंट करना जीवन में ते बाणी सानू रब वर्गा बना दे। गुरु महाराज मेहर करन ये पौड़ी साडे जीवन का हिस्सा बने। अज के विचार साडे जीवन वाले भुलां गलतियां लिखी फतेह प्रवान। वाहिगुरू जी का खालसा वाहिगुरू जी की फतेह।